ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਵਕਤ ਅਸੀਂ ਬਰਨਪੁਰ ਗੁਰਦੁਆਰੇ ਵਿਖੇ ਪੰਥ ਦੀ ਵੱਲੋਂ ਚਲਾਈ ਜਾ ਰਹੀ ਇੱਕ ਮੈਡੀਕਲ ਡਿਸਪੈਂਸਰੀ ਦੇ ਵਿੱਚ ਖੜੇ ਹਾਂ। ਇੱਥੇ ਦੋ ਧਿਰਾਂ ਦੇ ਵਿੱਚ ਆਪਸ 'ਚ ਰੌਲਾ ਪੈ ਰਿਹਾ ਹੈ, ਜਿਸ ਰੌਲੇ ਕਾਰਨ ਇੱਥੋਂ ਦੀ ਪ੍ਰਬੰਧਕੀ ਵਿਵਸਥਾ ਅਚਲ ਹੋ ਗਈ ਹੈ, ਰੁਕ ਗਈ ਹੈ। ਤੇ ਸੁਣਨ ਵਿੱਚ ਆਇਆ ਹੈ ਕਿ ਇੱਕ ਪੱਖ ਵੱਲੋਂ ਕੋਰਟ ਵਿੱਚ ਦੂਜੇ ਧਿਰੇ ਦੇ ਖਿਲਾਫ ਕੇਸ ਨਾਮਜ਼ਦ ਕੀਤੇ ਗਏ ਹਨ। ਉਹਨਾਂ ਕੇਸਾਂ ਦੇ ਸੰਬੰਧ ਦੇ ਵਿੱਚ ਜਿਹੜਾ ਦੂਸਰਾ ਪੱਖ ਹੈ ਉਹ ਕਹਿੰਦੇ ਅਸੀਂ ਬੇਕਸੂਰ ਹਾਂ, ਸਾਡੇ ਤੇ ਸਾਰੇ ਝੂਠੇ ਕੇਸ ਪਾਏ ਜਾ ਰਹੇ ਹਨ ਤੇ ਉਹਨਾਂ ਦੀ ਰਾਜਨੀਤਿਕ ਤੌਰ ਤੇ ਅਤੇ ਪ੍ਰਸ਼ਾਸਨਿਕ ਤੌਰ ਤੇ ਮਿਲੀ ਭਗਤ ਹੋਣ ਕਰਕੇ ਅਸੀਂ ਮਜਬੂਰ ਹਾਂ ਤੇ ਅਸੀਂ ਗੁਰੂ ਪੰਥ ਦੀ ਮਰਿਆਦਾ ਨੂੰ ਮੰਨਦੇ ਹੋਏ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਕੋਈ ਮਦਦ ਨਹੀਂ ਲੈਣ ਜਾਵਾਂਗੇ। ਅਸੀਂ ਗੁਰੂ ਮਰਿਆਦਾ ਦੇ ਅਧੀਨ ਅਤੇ ਰਹਿਤ ਮਰਿਆਦਾ ਨੂੰ ਮੰਨਦੇ ਹੋਏ ਅਸੀਂ ਪ੍ਰਬੰਧਕੀ ਵਿਵਸਥਾ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਾਂ। ਉਹ ਆਪਣੇ ਜ਼ੋਰ ਦੇ ਨਾਲ ਇੱਥੇ ਧੱਕਾ ਕਰ ਰਹੇ ਹਨ। ਇਹ ਜਿਹੜੀ ਡਿਸਪੈਂਸਰੀ ਹੈ, ਇਹ ਜਿਹੜੇ ਸਿੰਘ ਚਲਾ ਰਹੇ ਹਨ, ਉਹਨਾਂ ਤੋਂ ਅਸੀਂ ਪੁੱਛਾਂਗੇ। ਆਓ ਜੀ, ਪਹਿਲਾਂ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਡਿਸਪੈਂਸਰੀ ਦਾ ਨਾਂ ਕੀ ਹੈ ਜੀ? ਭਾਈ ਕਨ੍ਹਈਆ ਜੀ ਸੇਵਾ ਸਮਿਤੀ। ਭਾਈ ਕਨ੍ਹਈਆ ਜੀ ਸੇਵਾ ਸਮਿਤੀ। ਇਹ ਕਿੰਨੀ ਪੁਰਾਣੀ ਹੈ ਜੀ? ਇਹ 26-27 ਸਾਲ ਤੋਂ ਚੱਲ ਰਹੀ ਹੈ। 26-27 ਸਾਲ ਤੋਂ ਪ੍ਰਬੰਧਕੀ ਜਿਹੜਾ ਬੋਰਡ ਸੀ ਪਹਿਲਾਂ, ਉਹਨਾਂ ਵੱਲੋਂ ਤੁਹਾਨੂੰ ਸਹਿਯੋਗ ਮਿਲਦਾ ਸੀਗਾ? ਨਹੀਂ, ਸਾਨੂੰ ਕੋਈ ਸਹਿਯੋਗ ਨਹੀਂ ਹੈ, ਸੰਗਤ ਦੇ ਸਹਿਯੋਗ ਨਾਲ ਚੱਲ ਰਹੀ ਸੀ। ਨਹੀਂ, ਤੁਸੀਂ ਜਿਹੜੀ ਡਿਸਪੈਂਸਰੀ ਚਲਾ ਰਹੇ ਹੋ ਗੁਰਦੁਆਰਾ ਪ੍ਰੈਮਿਸਿਸ 'ਚ ਤਾਂ ਚਲਾ ਰਹੇ ਹੋ? ਗੁਰਦੁਆਰਾ ਸਾਹਿਬ ਨੇ ਸਾਨੂੰ ਮਤਲਬ ਇੱਕ ਰੂਮ ਖਾਲੀ ਦਿੱਤਾ ਹੋਇਆ। ਉਸ ਤੋਂ ਬਾਅਦ ਸੇਵਾ ਅਸੀਂ ਸੰਗਤ ਕੋਲ ਲੈ ਕੇ ਸਟੈਂਡ ਕੀਤੀ ਸੀ। ਇਹ ਹੋਮਿਓਪੈਥੀ ਹੈ ਨਾ? ਹੋਮਿਓਪੈਥੀ। ਤੇ ਬਾਕੀ ਅਸੀਂ ਸੇਵਾ ਕਰਦੇ ਹਾਂ, ਜਿੱਦਾਂ ਕੋਈ ਬੱਚਾ ਪੜ੍ਹਨ ਵਾਲਾ ਨਹੀਂ ਪੜ੍ਹ ਸਕਦਾ, ਉਹਦੀ ਸੇਵਾ ਕਈ ਵਿਧਵਾ ਭੈਣਾਂ ਦੀਆਂ ਸੇਵਾ ਮਸ਼ੀਨਾਂ ਦੇ ਕੇ ਕੀਤੀਆਂ ਹੋਈਆਂ ਵਾ। ਤੇ ਅਸੀਂ ਇਹ ਸਭ ਇਹ ਮਤਲਬ ਕੰਮ ਚਲਾ ਰਹੇ ਸੀ। ਲੇਕਿਨ ਇਹ ਦੋ ਧਿਰਾਂ ਦਾ ਆਪਸ ਵਿੱਚ ਵਿਵਾਦ ਕਰਕੇ ਇਲੈਕਸ਼ਨ ਹੋਣ ਦੀ ਸ਼ਰਾਬਾਂ ਪੀ ਪੀ ਕੇ ਸਭ ਕੰਮ ਕਰਦੇ ਹੁੰਦੇ ਸੀ। ਤੇ ਮੈਂ ਇੱਕ ਵਿਚਾਰ ਕੀਤੀ ਕਿ ਮਹਾਰਾਜ ਦੇ ਘਰ ਦੀ ਇੱਦਾਂ ਦੀ ਨਹੀਂ ਹੋਣੀ, ਸਿਲੈਕਸ਼ਨ ਹੋਣੀ ਹੈ। ਅਸੀਂ ਫਿਰ ਇੱਕ ਵਾਰ ਇਹ ਡਿਸਪੈਂਸਰੀ 'ਚ ਹਨੇਰਾ ਕਿਸ ਲਈ ਹੈ? ਜਿਹੜਾ ਪ੍ਰਬੰਧਕ ਕਮੇਟੀ ਨੇ ਲਾਈਨ ਕੱਢ ਦਿੱਤੀ ਹੈ ਕਿ ਤੁਸੀਂ ਸਾਡੀ ਬੋਲੀ ਬੋਲੋ ਤੇ ਅਸੀਂ ਤੁਹਾਨੂੰ ਲੈਣ ਦੇਵਾਂਗੇ। ਨਹੀਂ, ਇਹ ਤਾਂ ਤੁਸੀਂ ਨਿਸ਼ਕਾਮ ਸੇਵਾ ਕਰਦੇ ਹੋ, ਇਹਦੇ ਵਿੱਚ ਤਾਂ ਤੁਹਾਡੀ ਕੋਈ ਇਨਕਮ ਨਹੀਂ ਹੈ। ਨਹੀਂ, ਇਨਕਮ ਤੁਸੀਂ ਜਿਹੜੀ ਕਹਿ ਰਹੇ ਹੋ ਕਿ ਜੇ ਇਨਕਮ ਵੀ ਹੁੰਦੀ ਹੈ ਲੋੜਵੰਦ ਬੱਚਿਆਂ ਤੇ ਖਰਚ ਕਰਦੇ, ਕਿ ਉਹਨਾਂ ਦੀ ਵਿੱਦਿਆ ਤੇ ਜਾਂ ਤਾਂ ਪ੍ਰਬੰਧਕਾਂ ਨੂੰ ਇਹ ਸਾਰੀਆਂ ਸੇਵਾਵਾਂ ਕਿਉਂ ਨਹੀਂ ਨਜ਼ਰ ਆ ਰਹੀਆਂ? ਉਹ ਇਸ ਕਰਕੇ ਨਹੀਂ ਆ ਰਹੀਆਂ ਕਿ ਆਪਸ ਦੋ ਧੜਿਆਂ 'ਚ ਲੜਦੇ ਨੇ। ਉਹ ਧੜੇਬਾਜ਼ੀ 'ਚ ਸਾਨੂੰ ਲਿਆਉਣਾ ਚਾਹੁੰਦੇ ਨੇ। ਅਸੀਂ ਧੜੇਬਾਜ਼ੀ ਤੋਂ ਬਾਅਦ ਹੈ ਕਿ ਇਹਨਾਂ ਦੀ ਇਲੈਕਸ਼ਨ ਤੋਂ ਸਿਲੈਕਸ਼ਨ ਕਰਾਉਣੀ ਚਾਹੀਦੀ, ਉਹਦਾ ਸ਼ਿਕਾਰ ਅਸੀਂ ਆਪ ਹੋ ਚੁੱਕੇ ਹਾਂ। ਪਹਿਲਾਂ ਤਾਂ ਇੱਥੇ ਸੁਣਿਆ ਜੀ, ਜਿਹੜੀ ਚੋਣ ਪ੍ਰਣਾਲੀ ਹੈ, VOTING ਸਿਸਟਮ 'ਚ ਪ੍ਰਧਾਨ ਚੁਣਿਆ ਜਾਂਦਾ ਸੀ, ਜਿਹੜੀ ਇਲੈਕਸ਼ਨ ਕਮਿਸ਼ਨ ਵੱਲੋਂ ਭਾਰਤ ਸਰਕਾਰ ਵੱਲੋਂ ਇੱਕ ਵਿਵਸਥਾ ਉਹਦੇ ਅਧੀਨ। ਪਰ ਇਹ ਕਿਵੇਂ ਟੁੱਟਿਆ? ਇਹਦੇ ਵਿੱਚ ਤਬਦੀਲੀ ਕਿਵੇਂ ਹੋਈ? ਇਹ ਦਾਸ ਨੇ ਹੀ ਮਤਲਬ ਸਾਰੀ ਸੰਗਤ ਨਾਲ ਮੇਲ ਮਿਲਾਪ ਕਰਕੇ ਕਿ ਇੱਥੇ ਸ਼ਰਾਬਾਂ ਚੱਲਦੀਆਂ ਸੀ, ਖਰੀਦੇ ਜਾਂਦੇ ਸੀ, ਮਤਲਬ ਵੋਟਾਂ ਖਰੀਦੀਆਂ ਜਾਂਦੀਆਂ ਸੀ। ਦਾਸ ਨੂੰ ਚੰਗਾ ਨਹੀਂ ਲੱਗਾ ਕਿ ਪੰਥ ਵਿੱਚ ਇਹੋ ਜਿਹੇ ਕੰਮ ਨਹੀਂ ਚੱਲਣੇ। ਦਾਸ ਨੇ ਸਾਰੀ ਸੰਗਤ ਕੋ ਸਾਈਨ ਕਰਾ ਕੇ ਮਤਲਬ ਆਪਣਾ ਜੱਜ ਕੋ ਜਾ ਕੇ ਇਹ ਗੱਲ ਦੀ ਵਿਚਾਰ ਰੱਖੀ। ਉਹਨਾਂ ਨੇ ਆਖਿਆ ਠੀਕ ਹੈ, ਇਹ ਇਲੈਕਸ਼ਨ ਨਹੀਂ ਕਰਾਵਾ, ਤੁਸੀਂ ਸਿਲੈਕਸ਼ਨ ਕਰੋ। ਜਦੋਂ ਦੀ ਸਿਲੈਕਸ਼ਨ ਹੋਈ ਆ, ਇੱਕ ਧਿਰ ਆਪ ਹੀ ਕਾਬਜ ਹੋ ਕੇ ਬਹਿ ਗਿਆ ਵਾ ਤੇ ਉਹਦਾ ਸ਼ਿਕਾਰ ਸੇਵਾ ਸਮਿਤੀ ਵੀ ਹੋਣ ਡਈ ਹੈ। ਕਹਿਣ ਦਾ ਭਾਵ ਹੈ ਇਹਨਾਂ ਨੇ ਜੱਜ ਸਾਹਿਬਾਨ ਕੋਲ ਜਾ ਕੇ ਗੁਹਾਰ ਲਗਾਈ ਕਿ ਅਸੀਂ ਕੌਮ ਦੀ ਇਹ ਜਿਹੜੀ ਪ੍ਰਬੰਧਕੀ ਵਿਵਸਥਾ ਸੀ ਆਪ ਹੀ ਆਪਣਾ ਪ੍ਰਧਾਨ ਚੁਣਾਂਗੇ ਤੇ ਸਿਲੈਕਸ਼ਨ ਕਮੇਟੀ ਦੇ ਅਧੀਨ ਚੁਣਾਂਗੇ, ਅਸੀਂ ਵੋਟਾਂ ਰਾਹੀਂ ਨਹੀਂ ਚੁਣਾਂਗੇ। ਤੇ ਜੱਜ ਸਾਹਿਬ ਨੇ ਉਹਨਾਂ ਦੀ ਇਸ ਗੱਲ ਨੂੰ ਮਾਨਤਾ ਦਿੰਦੇ ਹੋਏ ਪੁਰਾਣੀ ਚੋਣ ਕਮੇਟੀ ਦੀ ਜਿਹੜੀ ਪ੍ਰਣਾਲੀ ਹੈ ਉਹਨੂੰ ਭੰਗ ਕਰਕੇ ਸਿਲੈਕਸ਼ਨ ਕਮੇਟੀ ਦੇ ਵਿੱਚ ਤਬਦੀਲ ਕਰ ਦਿੱਤਾ। ਉਸ ਤੋਂ ਬਾਅਦ ਇਹ ਕਹਿੰਦੇ ਹਨ ਇੱਕ ਧਿਰਾ ਜਿਨ੍ਹਾਂ ਦਾ ਪਿੱਛਾ ਕਹਿੰਦੇ ਹਨ ਕਿਰਤ ਜਿਹੜੀ ਹੈ ਸ਼ਰਾਬ ਵਗੈਰਾ ਵੀ ਵੇਚਦੇ ਹਨ, ਉਹ ਗੁਰੂ ਘਰ ਦੇ ਵਿੱਚ ਕਬਜ਼ਾ ਜਮਾਈ ਬੈਠੇ ਹਨ। ਤੇ ਤੁਸੀਂ ਇਸ ਸੰਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਜਿੰਨੀਆਂ ਵੀ ਇਹ ਸਾਡੀਆਂ ਪੰਥਕ ਧਿਰਾਂ ਹਨ ਉਹਨਾਂ ਨੂੰ ਕੋਈ ਬੇਨਤੀ ਕੀਤੀ ਸੀ? ਹਾਂਜੀ, ਬੇਨਤੀ ਕੀਤੀ ਸੀ। ਉਹ ਇੱਥੇ ਆ ਕੇ ਵੇਖ ਕੇ ਵੀ ਗਏ ਆ, ਇਨਕੁਆਇਰੀ ਵੀ ਕਰਕੇ ਗਏ ਆ। ਲੇਕਿਨ ਉਹਨਾਂ ਨੇ ਆਖਿਆ ਕਿ ਠੀਕ ਹੈ, ਇੱਥੇ ਇਲੈਕਸ਼ਨ ਕਰਾ ਦਿੰਦੇ ਆ। ਇਲੈਕਸ਼ਨ ਹੋਈ, ਜਦੋਂ ਇਲੈਕਸ਼ਨ ਹੋਣ ਤੋਂ ਬਾਅਦ ਇਲੈਕਟਡ ਹੋ ਗਿਆ ਪ੍ਰਧਾਨ, ਉਸ ਤੋਂ ਬਾਅਦ ਉਹਨਾਂ ਨੂੰ ਇੱਥੇ ਕੋਈ ਚਾਰਜ ਨਹੀਂ ਮਿਲਿਆ। ਇਸ ਕਰਕੇ ਇਹ ਲੜਾਈ ਝਗੜੇ ਦਾ ਹੀ ਵਿਚਾਰ ਇੱਥੇ ਚੱਲ ਰਿਹਾ ਹੈ। ਵੀ ਜੀ ਇੱਕ ਵਾਰ ਫਤਿਹ ਦੀ ਸਾਂਝ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸ਼ੁਭ ਨਾਮ ਕੀ ਹੈ ਜੀ? ਜਸਵੰਤ ਸਿੰਘ। ਜਸਵੰਤ ਸਿੰਘ ਜੀ, ਇਹਨਾਂ ਨਾਲ ਇਹਨਾਂ ਦੀਆਂ ਗੱਲਾਂ ਤੇ ਕਿੰਨੇ ਸਹਿਮਤ ਹੋ ਤੁਸੀਂ? ਬਿਲਕੁਲ ਪੂਰਾ ਸਹੀ ਹੈ ਜੀ। ਸਹਿਮਤ ਹੈ, ਜਿਹੜਾ ਕਹਿੰਦੇ ਨੇ ਸੱਚ ਹੈ। ਬਹੁਤ ਸਹਿਮਤ।
ਅਕਾਲ ਤਖਤ ਸਾਹਿਬ ਨੂੰ ਇਹਨਾਂ ਨੇ ਦਿੱਤੀ ਜਾਣਕਾਰੀ ਤੋਂ ਬਾਅਦ ਅਕਾਲ ਤਖਤ ਸਾਹਿਬ ਵੱਲੋਂ ਕੀ ਰਿਐਕਸ਼ਨ ਆਇਆ? ਉਹਨਾਂ ਨੇ ਮਤਲਬ ਸਾਨੂੰ ਕਿਹਾ ਤੁਸੀਂ ਇਲੈਕਸ਼ਨ ਕਰਾਓ ਤੇ ਇਲੈਕਸ਼ਨ ਹੋਈ ਆ। ਉਹਨਾਂ ਦਾ ਕੋਈ ਵਫਦ ਆਇਆ ਸੀ ਇੱਥੇ? ਹਾਂਜੀ ਆਇਆ ਸੀ। ਉਹਨਾਂ ਦਾ ਵਫਦ ਆਇਆ, ਫਿਰ ਉਸ ਤੋਂ ਉਪਰੰਤ ਕੀ ਹੋਇਆ? ਬਾਅਦ ਇਲੈਕਸ਼ਨ ਹੋਈ, ਇਲੈਕਸ਼ਨ ਦੇ 1021 ਵੋਟਾਂ ਪਈਆਂ ਤੇ 855 ਵੋਟਾਂ ਮੈਨੂੰ ਪਈਆਂ, 111 ਵੋਟਾਂ ਅੱਛਾ, ਤੁਸੀਂ ਉਸ ਚੋਣ ਚ ਉਤਰੇ ਸੀ? ਹਾਂਜੀ ਤੁਹਾਨੂੰ ਵੀ ਵੋਟਾਂ ਪਈਆਂ। ਹਾਂਜੀ। ਫਿਰ ਇਹ ਫੈਸਲਾ ਅਧੂਰੇ ਖਾਤੇ 'ਚ ਕਿਵੇਂ ਚਲੇ ਜਾਂਦਾ? ਬਸ ਇਹਨਾਂ ਨੇ ਕੇਸ ਪੂਰ ਕੀਤਾ ਹੈ ਕੋਰਟ 'ਚ। ਨਹੀਂ, ਫੈਸਲਾ ਜਦੋਂ ਚੋਣ ਤੁਸੀਂ ਆ ਗਏ, ਤੁਸੀਂ ਕੀ ਵੱਧ ਵੋਟਾਂ ਲੈ ਕੇ ਆਏ ਸੀ? ਹਾਂਜੀ। ਤੁਸੀਂ ਵੱਧ ਵੋਟਾਂ ਲੈ ਕੇ ਜਦੋਂ ਜੇਤੂ ਬਣ ਕੇ ਆਏ, ਤੁਸੀਂ ਆਪਣਾ ਦਾਅਵਾ ਕਿਉਂ ਨਹੀਂ ਰੱਖਿਆ ਪ੍ਰਧਾਨਗੀ ਦਾ? ਦਾਵਾ ਕੀਤਾ ਆ, ਮਤਲਬ ਇਹਨਾਂ ਨੇ ਕੇਸ ਕਰਤਾ ਜਾ ਕੇ ਕੋਰਟ ਦੇ ਵਿੱਚ। ਝੂਠਾ ਕੇਸ। ਇਹ ਵੱਖਰੇ ਤੌਰ ਇਹਨਾਂ ਤੇ ਨੇ ਸੋਸਾਇਟੀ ਬਣਾਈ ਆ। ਅੱਛਾ ਜੀ। ਸੋਸਾਇਟੀ ਬਣਾ ਕੇ ਐਕਟ ਬਣਾ ਕੇ ਉਤਰਾ ਆਪਣੇ ਕੋਲ ਇਹਨਾਂ ਨੇ ਇੱਥੇ ਕੋਈ ਆਫਿਸ ਨਹੀਂ ਇਹਨਾਂ ਦਾ ਲਿਖਿਆ ਕਰੀਮ ਨਗਰ ਦਾ ਆਫਿਸ ਆ, ਇਹ ਬਿਨਾਂ ਬੰਦਾ ਹੀ ਕਬਜ਼ਾ ਕਰੀ ਬਿਠੇ ਧੱਕੇ ਨਾਲ ਕੋਲ। ਸਤਿਕਾਰਯੋਗ ਸਾਧ ਸੰਗਤ ਜੀ, ਇਸ ਬਾਰੇ ਸਾਨੂੰ ਗੰਭੀਰ ਹੋਣਾ ਚਾਹੀਦਾ। ਕਿਸੇ ਵੀ ਗੁਰਦੁਆਰਾ ਕਮੇਟੀ ਦੇ ਵਿੱਚ ਕਿਸੇ ਇੱਕ ਧਿਰ ਦਾ ਕਦੇ ਵੀ ਹੱਕ ਨਹੀਂ ਹੁੰਦਾ। ਇਹ ਸਾਂਝੀਵਾਲਤਾ ਦਾ ਪ੍ਰਤੀਕ ਹੈ। ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, ਚੌਵਰ ਨਾ ਕੋ ਸਾਂਝਾ। ਜਿੱਥੇ ਗੁਰੂ ਸਾਹਿਬ ਗੁਰਬਾਣੀ ਦੇ ਰਾਹੀਂ ਸਾਰਿਆਂ ਨੂੰ ਬਰਾਬਰ ਹੱਕ ਦਿੰਦੇ ਹਨ, ਉੱਥੇ ਇਹ ਸਿਲੈਕਸ਼ਨ ਕਮੇਟੀ ਦੇ ਦੁਆਰਾ ਵੀ ਅਸੀਂ ਬੇਨਤੀ ਕਰਾਂਗੇ, ਜਿੱਥੇ ਜਿੱਥੇ ਪੰਥ ਜਾਗਰਤ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਮੌਜੂਦਾ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਉਹ ਵੀ ਮੇਰੀ ਵਾਰਤਾ ਨੂੰ ਜੇ ਸੁਣਦੇ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਵੀ ਜੇ ਗੱਲ ਸੁਣਦੇ ਹਨ, ਤਾਂ ਉਹਨਾਂ ਨੂੰ ਇਸ ਇਨਸੀਡੈਂਟ ਉਤੇ, ਇਸ ਘਟਨਾ ਉਤੇ ਸੰਗਿਆਨ ਲੈਂਦੇ ਹੋਏ ਇੱਥੇ ਆਪਣਾ ਵਫਦ ਦੁਬਾਰਾ ਭੇਜਣਾ ਚਾਹੀਦਾ ਹੈ ਤੇ ਚਿੱਠੀ ਦੇ ਰਾਹੀਂ ਪ੍ਰਸ਼ਾਸਨ ਨੂੰ ਜਾਣਕਾਰੀ ਦੇਣੀ ਚਾਹੀਦੀ ਹੈ। ਜਦ ਤੱਕ ਸ੍ਰੀ ਅਕਾਲ ਤਖਤ ਸਾਹਿਬ ਦਾ ਦਖਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਿਵਸਥਾ ਨੂੰ ਸੁਚਾਰੂ ਰੂਪ 'ਚ ਚਾਲੂ ਕਰਾਉਣ ਦੇ ਵਿੱਚ ਨਹੀਂ ਹੋ ਜਾਂਦਾ, ਉਦੋਂ ਤੱਕ ਕਿਸੇ ਪ੍ਰਕਾਰ ਦੀ ਕੋਈ ਵੀ ਕਾਨੂੰਨੀ ਕਾਰਵਾਈ ਗੁਰਦੁਆਰੇ ਉੱਤੇ ਹਾਵੀ ਨਾ ਹੋਵੇ ਤੇ ਕਿਸੇ ਸਿੰਘ ਨੂੰ ਕਿਸੇ ਝੂਠੇ ਕੇਸ 'ਚ ਨਾ ਫਸਾਇਆ ਜਾਵੇ। ਪਹਿਲਾਂ ਹੀ ਅਸੀਂ ਬੰਦੀ ਸਿੰਘਾਂ ਦੇ ਕੇਸਾਂ ਤੋਂ ਬਹੁਤ ਹੀ ਜ਼ਿਆਦਾ ਪੀੜਤ ਹਾਂ। ਅਸੀਂ ਆਪਣੇ ਪੁਰਾਣੇ ਬੰਦੀ ਸਿੰਘਾਂ ਨੂੰ ਨਹੀਂ ਛੁਡਾ ਸਕੇ। ਇਹ ਆਪਸੀ ਰੌਲੇ ਦੇ ਵਿੱਚ ਬਾਹਰਲੀ ਰਾਜਨੀਤੀ ਤੇ ਬਾਹਰਲੀ ਕਿਸੇ ਹੋਰ ਧਿਰ ਨੂੰ ਫਾਇਦਾ ਮਿਲੇ ਤੇ ਸਿੰਘਾਂ ਉੱਤੇ ਜੇ ਕੋਈ ਝੂਠੇ ਕੇਸ ਪੈਣ, ਫਿਰ ਉਹ ਆਪਣੇ ਬਾਲ ਬੱਚਿਆਂ ਦਾ ਕੈਰੀਅਰ ਤੇ ਬੱਚਿਆਂ ਨੂੰ ਬੇਦਾਗ ਕਿਵੇਂ ਰੱਖਣਗੇ। ਇਹਨਾਂ ਕੇਸਾਂ ਦੇ ਵਿੱਚ ਕਈ ਵਾਰ ਪਾਸਪੋਰਟ ਨਹੀਂ ਬਣਦੇ, ਹੋਰ ਜ਼ਰੂਰੀ ਕਾਗਜ਼ਾਤ ਜਿਹੜੇ ਹਨ ਉਹ ਰੁਕ ਜਾਂਦੇ ਹਨ ਤੇ ਇਹ ਸਾਰੀਆਂ ਬੇਨਤੀਆਂ ਨੂੰ ਅਸੀਂ ਆਪ ਜੀ ਦੇ ਸਨਮੁਖ ਰੱਖਦੇ ਹੋਏ ਇਹ ਦ੍ਰਿਸ਼ ਦਿਖਾ ਰਹੇ ਹਾਂ ਕਿ ਇੱਥੇ ਇਸ ਵਕਤ ਲਾਈਟ ਹੈ ਨਹੀਂ ਜੀ। 1.5 ਸਾਲ ਤੋਂ ਉੱਤੇ ਹੋ ਗਿਆ ਹਨੇਰਾ ਹੈ। ਇਹ 1.5 ਸਾਲ ਤੋਂ ਉੱਤੇ ਇੱਥੇ ਹਨੇਰਾ ਹੈ ਹਨੇਰੇ 'ਚ ਸੇਵਾ ਤੇ ਚੱਲ ਰਹੀ ਹੈ। ਇਹ ਮੋਬਾਈਲ ਫੋਨ ਦੀ ਲਾਈਟ ਤੇ ਅਸੀਂ ਤੁਹਾਨੂੰ ਸਾਰਾ ਦਿਖਾ ਰਹੇ ਹਾਂ ਤੇ ਬਾਹਰ ਅਸੀਂ ਸਾਈਨ ਬੋਰਡ ਵੀ ਦਿਖਾਵਾਂਗੇ ਕਿ ਇਹ ਸਾਈਨ ਬੋਰਡ ਤੁਸੀਂ ਦੇਖੋ। ਛੱਡੋ, ਉੱਤੇ ਹੀ ਵਿਖਾ ਦਿਓ, ਉੱਤੇ ਗਿਆ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੰਥ ਹੈ। ਇਸ ਪੰਥ ਦੇ ਮਾਲਕ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਉਸ ਤੋਂ ਬਾਅਦ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਇਹ ਪੰਥ ਚੱਲਦਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਨਾਲ ਚੱਲਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਅਸੀਂ ਇੱਕ ਸੁਲਝੇ ਹੋਏ ਵਿਦਵਾਨ ਸਰਦਾਰ ਜਸਵਿੰਦਰ ਸਿੰਘ ਜੀ, ਉਹਨਾਂ ਤੋਂ ਵੀ ਅਸੀਂ ਪੁੱਛਾਂਗੇ ਕਿ ਇਸ ਸੰਬੰਧ ਵਿੱਚ ਉਹਨਾਂ ਦਾ ਕੀ ਕਹਿਣਾ ਹੈ। ਸਰਦਾਰ ਜਸਵਿੰਦਰ ਸਿੰਘ ਜੀ, ਅਸੀਂ ਕਿਸੇ ਧਿਰ ਦਾ ਸਮਰਥਨ ਨਹੀਂ ਕਰਕੇ ਤੁਹਾਡੇ ਕੋਲ ਨਿਰਪੱਖਤਾ ਦੇ ਤੌਰ ਤੇ ਪੁੱਛਣਾ ਚਾਹੁੰਦੇ ਹਾਂ। ਇਹਨਾਂ ਨੇ ਜਿੰਨੀਆਂ ਗੱਲਾਂ ਆਪ ਜੀ ਨੂੰ ਕੈਮਰੇ ਦੇ ਸਾਹਮਣੇ ਕਹੀਆਂ, ਤੁਸੀਂ ਕੈਮਰੇ ਸਾਹਮਣੇ ਕੀ ਕਹਿਣਾ ਚਾਹੋਗੇ ਕਿ ਇਸ ਤਰ੍ਹਾਂ ਦਾ ਕੋਈ ਵਾਕਿਆ ਹੋਇਆ ਜਦੋਂ ਕੋਈ ਇੱਕ ਧਿਰ ਮੈਜੋਰਿਟੀ ਲੈ ਕੇ ਜਿੱਤ ਕੇ ਆਉਂਦੀ ਹੈ, ਦੂਜੀ ਧਿਰ ਕੋਰਟ 'ਚ ਕੇਸ ਕਰਕੇ ਕਮੇਟੀ ਉੱਤੇ ਕਬਜ਼ਾ ਕਰਕੇ ਬਹਿ ਜਾਂਦੀ ਹੈ, ਜਦਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਹੁਕਮ ਇੱਥੇ ਆਏ ਹੋਏ ਹਨ। ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਕਚੁਅਲੀ ਇਸ ਕੇਸ ਨੂੰ ਦਾਸ ਨੇ ਹੀ ਉੱਥੇ ਲਿਖਿਆ ਸੀ, ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਨੇ ਮੇਰੀ ਇਸ ਲੈਟਰ ਨੂੰ ਧਿਆਨ ਰੱਖਦੇ ਹੋਏ ਤੋਂ 8 ਮੈਂਬਰਾਂ ਦੀ ਕਮੇਟੀ ਤੋਂ ਲੋਕਲ ਗੁਰਦੁਆਰੇ ਬਣਾ ਕੇ ਉਹਨਾਂ ਨੇ ਆਦੇਸ਼ ਕੀਤਾ ਕਿ ਇਸ ਬਾਬਤ ਇੱਕ ਇਲੈਕਸ਼ਨ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਔਰ ਇਲੈਕਸ਼ਨ ਵੀ ਲਗਾਏ ਗਏ। 28 ਮਾਰਚ ਨੂੰ ਇਲੈਕਸ਼ਨ ਹੋਏ ਨੇ। ਉਸ ਤੋਂ ਬਾਅਦ ਜਿਹੜੇ ਪ੍ਰਧਾਨ ਸਾਹਿਬ ਚੁਣੇ ਗਏ ਨੇ ਉਹਨਾਂ ਨੂੰ ਹਜੇ ਤੱਕ ਕੋਈ ਚਾਰਜ ਨਹੀਂ ਦਿੱਤਾ ਗਿਆ, ਜਦਕਿ ਇਹ ਬਿਲਕੁਲ ਇਲੀਗਲ ਹੈ ਔਰ ਇਸ ਤਰ੍ਹਾਂ ਇਹ ਜਿਹੜੇ ਵਾਕੇ ਹੋ ਰਹੇ ਨੇ ਗੁਰੂ ਘਰਾਂ ਵਿੱਚ ਕਬਜ਼ੇ ਜ਼ਬਰਦਸਤੀ ਕਰਕੇ ਬੈਠੇ ਹੋਏ ਚੰਗੀ ਗੱਲ ਨਹੀਂ ਹੈ। ਇਹਨਾਂ ਨੂੰ ਧਿਆਨ ਵਿੱਚ ਰੱਖਦੇ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨਣਾ ਚਾਹੀਦਾ, ਨਾ ਕਿ ਅਸੀਂ ਉਹਨਾਂ ਦੇ ਸੁਪਰੀਮ ਅਥਾਰਟੀ ਸਾਡੀ ਜਿਹੜੀ ਉਹਨਾਂ ਨੂੰ ਨਾਮ ਮੰਨਦੇ ਹੋਏ ਅਸੀਂ ਇਹਨਾਂ ਦੇ ਵਿਰੋਧ ਵਿੱਚ ਕੋਰਟਾਂ ਵਿੱਚ ਲੜ ਰਹੇ ਹਾਂ ਜਾ ਕੇ। ਇਹ ਸਾਡੇ ਸਿੱਖ ਨਹੀਂ, ਇਹ ਕੋਰਟ ਵਿੱਚ ਲੜ ਕੌਣ ਰਿਹਾ? ਤੁਸੀਂ ਵੀ ਲੜ ਰਹੇ ਹੋ? ਅਸੀਂ ਨਹੀਂ ਲੜ ਰਹੇ। ਤੁਸੀਂ ਕਿਉਂ ਕਹਿ ਰਹੇ ਹੋ ਕਿ ਅਸੀਂ ਕੋਰਟਾਂ 'ਚ ਲੜ ਰਹੇ ਹਾਂ? ਸਾਡੇ ਸਿੱਖ ਕੌਮ ਜਿਹੜੀ ਕੋਰਟਾਂ ਵਿੱਚ ਜਾਂਦੀ ਹੈ, ਬੜੀ ਹੀ ਸ਼ਰਮ ਦੀ ਗੱਲ ਹੈ, ਨਹੀਂ ਜਾਣਾ ਨਹੀਂ, ਚਾਹੀਦਾ। ਸਿੱਖ ਕੌਮ ਦਾ ਇੱਥੇ ਮਸਲਾ ਨਹੀਂ ਆ ਰਿਹਾ, ਇੱਥੇ ਮਸਲਾ ਸਥਾਨਕ ਸਿੱਖ ਕੌਮ ਦਾ ਆ ਰਿਹਾ। ਇੱਥੇ ਸਥਾਨਕ ਮੁੱਦੇ ਦੀ ਗੱਲ ਕਰੋ ਤੁਸੀਂ। ਸਥਾਨਕ ਮੁੱਦਾ ਜਦੋਂ ਕੋਰਟ 'ਚ ਜਾਂਦਾ ਹੈ
ਤੁਸੀਂ ਜਿਹੜੇ ਇੱਥੋਂ ਦੇ ਵਸਨੀਕ ਹੋ ਆਸ-ਪਾਸ ਦੇ, ਤੁਸੀਂ ਤਾਂ ਪ੍ਰਬੰਧਕ ਕਮੇਟੀ 'ਚ ਨਹੀਂ ਹੋ। ਨਹੀਂ ਤੁਹਾਡਾ ਕੀ ਫਰਜ਼ ਬਣਦਾ ਹੈ ਇੱਥੇ ਕਿਸ ਤਰ੍ਹਾਂ ਸ਼ਾਂਤੀ ਵਿਵਸਥਾ ਕਰਕੇ ਇਹਨਾਂ ਨੂੰ ਸਮਝਾਇਆ? ਇਹ ਵੀ ਕੇਸ ਨੇ ਸਾਰੇ ਵਿਡਰਾਉਣੇ ਚਾਹੀਦੇ ਨੇ, ਔਰ ਇਹ ਜਿਹੜੇ ਅਕਾਲ ਤਖਤ ਸਾਹਿਬ ਜਾਂ ਸਾਡੇ ਜਿਹੜੀ ਸੁਪਰੀਮ ਅਥਾਰਟੀ ਜਿਹਨੂੰ ਕਿਹਾ ਜਾਂਦਾ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਦੇ ਆਦੇਸ਼ ਉੱਤੇ ਸਾਰੇ ਇਲੈਕਸ਼ਨ ਵਗੈਰਾ ਹੋਏ ਨੇ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਮੰਨਣਾ ਚਾਹੀਦਾ ਸਭ ਨੂੰ, ਮੰਨ ਕੇ ਔਰ ਗੁਰੂ ਘਰ ਦੀ ਮਰਿਆਦਾ ਦੇ ਅਨੁਸਾਰ ਇਹ ਸਾਰੇ ਆਪਸ ਵਿੱਚ ਪ੍ਰਬੰਧਕੀ ਕਮੇਟੀ ਚਲਾਉਣੀ ਤੇ ਚਾਹੀਦੀ। ਤੁਸੀਂ ਇਹ ਮੁੱਦੇ ਨੂੰ ਕਿੱਥੋਂ ਤੱਕ ਲੈ ਕੇ ਜਾਣਾ ਚਾਹੁੰਦੇ ਹੋ? ਤੁਹਾਡੀ ਆਵਾਜ਼ ਕੀ ਕਹਿੰਦੀ ਹੈ? ਤੁਸੀਂ ਇਹ ਸਲਾਹਾਂ ਦੇ ਰਹੇ ਹੋ, ਸਲਾਹਾਂ ਕਿਸੇ ਕੰਮ ਦੀਆਂ ਨਹੀਂ। ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਹੋ ਉਹ ਗੱਲਾਂ ਸਾਰੇ ਹੀ ਜਾਣਦੇ ਹਨ, ਜੇ ਉਹ ਗੱਲਾਂ ਜਾਣ ਕੇ ਵੀ ਫਿਰ ਇਹ ਗਲਤੀਆਂ ਹੋਣ ਉਹਨੂੰ ਤਾਂ ਆਵਾਜ਼ ਚੁੱਕਣੀ ਹੈ। ਤੁਸੀਂ ਇਸ ਚੈਨਲ ਦੇ ਰਾਹੀਂ, ਇਸ ਵੀਡੀਓ ਦੇ ਰਾਹੀਂ ਆਪਦੀ ਆਵਾਜ਼ ਨੂੰ, ਇੱਥੋਂ ਦੀ ਇਸ ਪ੍ਰੋਬਲਮ ਨੂੰ ਕਿੱਥੇ ਤੱਕ ਤੁਸੀਂ ਪਹੁੰਚਾਉਣਾ ਚਾਹੁੰਦੇ ਹੋ? ਕਿ ਇੱਕ ਵਾਰ ਫਿਰ ਅਕਾਲ ਤਖਤ ਸਾਹਿਬ ਨੂੰ ਸੰਗਿਆਨ ਲੈਣ ਦੇ ਲਈ ਬੇਨਤੀ ਕਰਨਾ ਚਾਹੁੰਦੇ ਹੋ ਜਾਂ ਕੋਈ ਹੋਰ ਗੱਲ ਹੈ ਤੁਹਾਡੇ ਕੋਲ? ਬਿਲਕੁਲ ਜੀ, ਅਕਾਲ ਤਖਤ ਸਾਹਿਬ ਨੂੰ ਜਦੋਂ ਵੇਖਣਾ ਚਾਹੀਦਾ ਇੱਥੋਂ ਤੱਕ ਹੋ ਗਿਆ ਤਾਂ ਗਾਂ ਵੀ ਉਹਨਾਂ ਨੂੰ ਸਾਰਾ ਸੋਲਵ ਕਰਨ ਦੀ ਰਹੀ, ਔਰ ਸਾਰੇ ਗੁਰਦੁਆਰਿਆਂ ਦੇ ਉੱਤੇ, ਸਾਡੇ ਗੁਰਦੁਆਰੇ ਤੋਂ ਕਰਨਾ ਹੀ ਕਰਨਾ ਹੈ। ਸਾਰੇ ਗੁਰਦੁਆਰਿਆਂ ਦੇ ਉੱਤੇ ਜਿਹੜੇ ਪ੍ਰੋਬਲਮਸ ਆ ਰਹੀਆਂ ਨਹੀਂ ਹੋਣੀਆਂ ਚਾਹੀਦੀਆਂ। ਗੁਰੂ ਘਰਾਂ ਵਿੱਚ ਇਹੋ ਜਿਹੇ ਕੰਮ ਜਿਹੜੇ ਹੋ ਰਿਹਾ, ਸਾਡੇ ਆਉਣ ਵਾਲੀ ਜਿਹੜੀ ਜਨਰੇਸ਼ਨ ਨੇ। ਸਤਿਕਾਰਯੋਗ ਸਾਧ ਸੰਗਤ ਜੀ, ਜਸਵਿੰਦਰ ਸਿੰਘ ਜੀ ਆਪਦੇ ਬਿਆਨ ਨੂੰ ਥੋੜਾ ਜਿਹਾ ਨਰਮ ਦਿਲੀ ਨਾਲ ਪੇਸ਼ ਕਰ ਰਹੇ ਹਨ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਮੈਂ ਬੇਨਤੀ ਕਰਨਾ ਚਾਹੁੰਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ, ਜਿੱਥੇ ਕਿ ਇਹ ਪ੍ਰਬੰਧਕੀ ਅਵਸਥਾ ਵਿੱਚ ਤੁਹਾਡਾ ਹੁਕਮ ਲਾਗੂ ਸੀ, ਤੁਹਾਡੇ ਹੁਕਮ ਦੇ ਅਧੀਨ ਚੋਣਾਂ ਹੋਈਆਂ, ਇਲੈਕਸ਼ਨ ਹੋਏ, ਉੱਥੇ ਸਾਨੂੰ ਸਿਰ ਮਸਤਕ ਨੀਵਾ ਕਰਕੇ ਤੁਹਾਡੇ ਹੁਕਮ ਦੀ ਪਾਲਣਾ ਕਰਕੇ ਇੱਥੇ ਜਿਹੜਾ ਜੇਤੂ ਪ੍ਰਧਾਨ ਹੈ ਉਸ ਨੂੰ ਮੰਨ ਲੈਣਾ ਚਾਹੀਦਾ ਹੈ। ਬਾਵਜੂਦ ਇਸ ਦੇ ਕਿ ਨਿੱਜੀ ਤੌਰ ਤੇ ਵੈਰ ਵਿਰੋਧ ਕਰਕੇ ਇਸ ਮਸਲੇ ਨੂੰ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇ ਕੇ ਕੋਰਟ 'ਚ ਲੈ ਕੇ ਗਏ ਹਨ। ਅਸੀਂ ਇਹ ਮੰਨਦੇ ਹਾਂ ਕਿ ਅਕਾਲ ਤਖਤ ਸਾਹਿਬ ਉੱਤੇ ਕੋਈ ਵੀ ਸੁਪਰੀਮ ਬੋਡੀ ਇੰਡੀਆ ਦੇ ਵਿੱਚ ਨਹੀਂ ਹੈ। ਜਿਹੜਾ ਫੈਸਲਾ ਅਕਾਲ ਤਖਤ ਸਾਹਿਬ ਕਰਦਾ ਹੈ, ਸਾਰਾ ਪੰਥ ਸਾਡੀ ਕੌਮ ਉਸ ਨੂੰ ਮੰਨਦੀ ਹੈ। ਇਹ ਗੱਲ ਮੰਨਦੇ ਉਹਨਾਂ ਦੀ। ਤੇ ਇਸੇ ਨੂੰ ਅਸੀਂ ਮੁੱਖ ਰੱਖਦੇ ਹੋਏ ਬੇਨਤੀ ਕਰਾਂਗੇ, ਇੱਕ ਵਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਫਿਰ ਇੱਥੋਂ ਦੇ ਮਸਲੇ ਨੂੰ, ਬਰਨਪੁਰ ਗੁਰਦੁਆਰਾ ਦੇ ਮਸਲੇ ਨੂੰ ਸੰਗਿਆਨ ਵਿੱਚ ਲੈਂਦੇ ਹੋਏ ਇੱਥੇ ਹੁਕਮ ਲਾਗੂ ਕਰਨ, ਆਪਣਾ ਵਫਦ ਭੇਜਣ, ਵਫਦ ਦੇ ਕੇ ਇੱਥੇ ਸਿੱਖ ਸੰਗਤਾਂ ਦੀ ਇਨਕੁਆਇਰੀ ਬਿਠਾਉਣ, ਇੱਥੇ ਕੋਈ ਕਮਿਸ਼ਨ ਆਪਣਾ ਬਿਠਾਉਣ, ਲੋੜ ਪਈ ਤਾਂ ਆਸਨਸੋਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਨੁਮਾਇੰਦੇ ਇੱਥੇ ਸ਼ਾਮਲ ਕਰਕੇ ਸਥਾਨਕ ਰੂਪ ਦੇ ਵਿੱਚ ਇੱਕ 5 ਪ੍ਰਧਾਨੀ ਕਮੇਟੀ ਬਣਾ ਕੇ ਇੱਕ ਐਡ ਹਾਕ ਕਮੇਟੀ ਦਾ ਨਿਰਮਾਣ ਕਰਨ। ਜਦ ਤੱਕ ਕੋਈ ਚੰਗੇ ਸਿੰਘਾਂ ਦੀ ਕੋਈ ਕਮੇਟੀ ਦਾ ਇੱਥੇ ਨਿਰਮਾਣ ਨਹੀਂ ਹੁੰਦਾ ਤੇ ਕਿਸੇ ਵੀ ਸਿੰਘ ਨੂੰ ਪ੍ਰਸ਼ਾਸਨਿਕ ਤੇ ਕਾਨੂੰਨ ਦੇ ਵਿੱਚ ਜਾ ਕੇ ਗੁਰੂ ਘਰ ਦੇ ਉੱਤੇ ਮਾਮਲੇ ਕਰਨ ਦੇ ਲਈ ਤੇ ਗੁਰੂ ਘਰ ਦੇ ਨਾਂ ਤੇ ਇੱਥੇ ਕੇਸ ਲੜਨ ਦੇ ਲਈ ਇਜਾਜ਼ਤ ਸਿੱਖ ਕੌਮ ਨਹੀਂ ਦਿੰਦੀ ਤੇ ਨਾ ਦਿੱਤੀ ਜਾਏਗੀ। ਸਾਡਾ ਜੇ ਕੋਈ ਵੀ ਫੈਸਲਾ, ਕੋਈ ਵੀ ਡਿਸਪਿਊਟ ਹੈ, ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਰਨ ਵਿੱਚ ਜਾਵਾਂਗੇ। ਅਜੇ ਇਹ ਮਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਅਧੀਨ ਹੈ। ਮੈਂ ਕਿਰਨਜੀਤ ਸਿੰਘ ਤੇ ਮੇਰੇ ਨਾਲ ਇੱਥੋਂ ਦੇ ਪ੍ਰਬੰਧਕ ਜਨ ਜਿਹੜੇ ਹਨ ਬਰਨਪੁਰ ਕਮੇਟੀ ਦੇ, ਇਹ ਸਾਰੀ ਵਾਰਤਾ ਆਪ ਜੀ ਦੇ ਨਾਲ ਸਾਂਝੀ ਕਰਦੇ ਹੋਏ ਅਸੀਂ ਫਿਰ ਇੱਕ ਵਾਰ ਮਿਲਾਂਗੇ ਅਗਲੀ ਸੂਚਨਾ ਨੂੰ ਲੈ ਕੇ। ਉਦੋਂ ਤੱਕ ਦੇ ਲਈ ਇਜਾਜ਼ਤ ਚਾਹੁੰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।